ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ। ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ। ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਕਿ ਆਪਣਾ ਪਰਿਵਾਰ ਹੁਣ 1.25 ਲੱਖ ਪਾਰ ਕਰ ਗਿਆ ਹੈ। ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਵੀ ਏਦਾਂ ਹੀ ਪਿਆਰ ਦਿੰਦੇ ਰਹੋ। ਸੰਗਤ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ। ਸ਼ੁਰੂ ਤੋਂ ਹੀ ਔਲਾਦ ਨੂੰ ਲੈ ਕੇ ਸੰਸਾਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਚੱਲਦੀ ਹੀ ਰਹਿੰਦੀ ਹੈ। ਕੋਈ ਆਪਣੇ ਔਲਾਦ ਤੋਂ ਖੁਸ਼ ਨਹੀਂ ਤੇ ਕਿਸੇ ਦੇ ਔਲਾਦ ਹੀ ਨਹੀਂ ਹੁੰਦੀ। ਹਰ ਕੋਈ ਆਪੋ ਆਪਣੇ ਦੁੱਖ ਦੇ ਵਿੱਚ ਰੋ ਰਿਹਾ ਹੈ। ਮਨੁੱਖ ਆਪਣੀਆਂ ਇੱਛਾਵਾਂ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ ਅਤੇ ਮਨੁੱਖ ਆਪਣੀਆਂ ਇੱਛਾਵਾਂ ਤੇ ਲੋੜਾਂ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦਾ ਮਾੜੇ ਤੋਂ ਵੀ ਮਾੜਾ ਕੰਮ ਕਰ ਲੈਂਦਾ ਹੈ ਬਿਨਾਂ ਕੁਝ ਸੋਚੇ ਸਮਝੇ। ਅੱਜ ਦੀ ਅਜਿਹੀ ਹੀ ਘਟਨਾ ਜ਼ਿਲ੍ਹੇ ਬਠਿੰਡੇ ਦੇ ਇੱਕ ਪਿੰਡ ਦੀ ਹੈ। ਇਸ ਘਟਨਾ ਦੇ ਵਿੱਚ ਤੁਸੀਂ ਇੱਕ ਸੱਚਾਈ ਤੋਂ ਜਾਣੂ ਹੋਵੋਗੇ ਕਿ ਇੱਕ ਔਲਾਦ ਦੀ ਚਾਹਤ ਇੱਕ ਮਾਂ ਦੇ ਪੁੱਤਰ ਦੇ ਰਿਸ਼ਤੇ ਨੂੰ ਕਿਵੇਂ ਤਾਰ-ਤਾਰ ਕਰਕੇ ਰੱਖ ਦਿੱਤਾ। ਗੱਲ ਹੈ ਅੱਜ ਤੋਂ 27 ਸਾਲ ਪਹਿਲਾਂ ਦੀ। ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦੇ ਇੱਕ ਪਿੰਡ ਦੇ ਵਿੱਚ ਅਨਿਲ ਕੁਮਾਰ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਘਰ ਵਿੱਚ ਅਨਿਲ ਕੁਮਾਰ, ਉਸ ਦੀ ਮਾਂ, ਇੱਕ ਭਰਾ ਅਤੇ 3 ਭੈਣਾਂ ਸੀ। ਭੈਣਾਂ ਵੱਡੀਆਂ ਸੀ ਤੇ ਵਿਆਹੀਆਂ ਗਈਆਂ। ਉਸ ਦਾ ਭਰਾ ਪੁਲਿਸ ਦੇ ਵਿੱਚ ਹੋ ਗਿਆ ਤੇ ਉਸ ਦੀ ਡਿਊਟੀ ਚੰਡੀਗੜ੍ਹ ਦੇ ਵਿੱਚ ਲੱਗੀ ਅਤੇ ਉਹ ਉੱਥੇ ਹੀ ਰਹਿੰਦਾ ਸੀ। ਅਨਿਲ ਕੁਮਾਰ ਦਾ ਵਿਆਹ ਕੁਲਵੰਤ ਕੌਰ ਦੇ ਨਾਲ ਹੋਇਆ। ਰੱਬ ਦੀ ਰਜ਼ਾ ਇਸ ਦੇ ਵਿੱਚ ਹੀ ਸੀ ਕਿ ਵਿਆਹ ਤੋਂ 7 ਸਾਲ ਬਾਅਦ ਤੱਕ ਵੀ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੋਈ। ਬਹੁਤ ਇਲਾਜ ਕਰਵਾਏ, ਦੇਸੀਆਂ ਅੰਗਰੇਜ਼ੀਆਂ, ਪਰ ਕੋਈ ਵੀ ਫਾਇਦਾ ਨਹੀਂ ਹੋਇਆ। ਪਰ ਇੱਕ ਗੱਲ ਦੀ ਗਰੰਟੀ ਸੀ ਕਿ ਅਨਿਲ ਕੁਮਾਰ ਦੀ ਮਾਂ ਨੇ ਇਸ ਗੱਲ ਦਾ ਕਦੇ ਵੀ ਤਾਨਾ ਜਾਂ ਫਿਰ ਗਲਤ ਗੱਲ ਅਨਿਲ ਕੁਮਾਰ ਤੇ ਉਸ ਦੀ ਪਤਨੀ ਨੂੰ ਨਹੀਂ ਕਹੀ ਸੀ। ਉਹ ਹਮੇਸ਼ਾ ਕਹਿੰਦੀ ਸੀ ਕਿ ਅਨਿਲ, ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਅਸਲ ਜ਼ਿੰਦਗੀ ਹੈ, ਪਰ ਲੋਕਾਂ ਦੀ ਜ਼ੁਬਾਨ ਕਦੇ ਵੀ ਕੋਈ ਬੰਦ ਨਹੀਂ ਕਰ ਸਕਦਾ। ਲੋਕ ਤਰ੍ਹਾਂ ਦੀਆਂ ਗੱਲਾਂ ਕਰਦੇ ਤੇ ਅਨਿਲ ਬਹੁਤ ਪਰੇਸ਼ਾਨ ਰਹਿੰਦਾ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਪਤੀ ਪਤਨੀ ਦੇ ਵਿੱਚ ਹਮੇਸ਼ਾ ਕਲੇਸ਼ ਰਹਿਣ ਲੱਗਿਆ ਤੇ ਗੱਲ ਦਿਨ ਪਰ ਦਿਨ ਵੱਧਦੀ ਗਈ। ਫਿਰ ਇੱਕ ਦਿਨ ਅਨਿਲ ਕੁਮਾਰ ਦੇ ਸਾਲੇ ਨੇ ਅਨਿਲ ਕੁਮਾਰ ਨੂੰ ਇੱਕ ਤਾਂਤਰਿਕ ਦੇ ਕੋਲ ਜਾਣ ਵਾਸਤੇ ਕਿਹਾ ਅਤੇ ਉਸ ਤਾਂਤਰਿਕ ਨੂੰ ਆਪਣੀ ਸਮੱਸਿਆ ਦੱਸ ਕੇ ਉਸ ਦਾ ਸੁਝਾਅ ਦੇਣ ਵਾਸਤੇ ਕਿਹਾ। ਉਹ ਤਾਂਤਰਿਕ ਬੰਦਾ ਇੱਕ ਪਹਾੜੀ ਇਲਾਕੇ ਦੇ ਵਿੱਚ ਰਹਿੰਦਾ ਸੀ। ਅਨਿਲ ਅਤੇ ਉਸ ਦਾ ਸਾਲਾ ਉਹ ਤਾਂਤਰਿਕ ਕੋਲ ਗਏ। ਉਹਨਾਂ ਨੇ ਸਾਰੀ ਗੱਲ ਤਾਂਤਰਿਕ ਨੂੰ ਦੱਸੀ ਕਿ 7 ਸਾਲ ਤੋਂ ਉਸ ਦੇ ਔਲਾਦ ਨਹੀਂ ਹੋ ਰਹੀ। ਤਾਂਤਰਿਕ ਨੇ ਸਾਰੀ ਗੱਲ ਸੁਣੀ ਤੇ ਕਿਹਾ ਕਿ ਤੁਹਾਡੇ ਕਦੇ ਔਲਾਦ ਹੀ ਨਹੀਂ ਹੋ ਸਕਦੀ, ਤੁਸੀਂ ਬੇਔਲਾਦ ਹੀ ਮਰ ਜਾਵੋਗੇ। ਉਹਨਾਂ ਦੋਨਾਂ ਨੇ ਤਾਂਤਰਿਕ ਦੇ ਅੱਗੇ ਮਿੰਨਤਾਂ ਤਰਲੇ ਕੀਤੇ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਔਲਾਦ ਮਿਲ ਜਾਵੇ। ਤਾਂਤਰਿਕ ਨੇ ਕਿਹਾ ਕਿ ਇਹ ਕੰਮ ਬਹੁਤ ਮੁਸ਼ਕਲ ਹੈ। ਜੇਕਰ ਔਲਾਦ ਪਾਉਣੀ ਹੈ ਤਾਂ ਇੱਕ ਬਹੁਤ ਮੁਸ਼ਕਲ ਕੰਮ ਕਰਨਾ ਪਵੇਗਾ ਜੋ ਤੁਹਾਡੇ ਕੋਲੋਂ ਨਹੀਂ ਹੋਣਾ। ਅਨਿਲ ਨੇ ਕਿਹਾ ਕਿ ਔਲਾਦ ਪਾਉਣ ਵਾਸਤੇ ਮੈਂ ਕੁਝ ਵੀ ਕਰ ਜਾਵਾਂਗਾ। ਉਸ ਤਾਂਤਰਿਕ ਨੇ ਕਿਹਾ ਕਿ ਜੇਕਰ ਤੂੰ ਔਲਾਦ ਪਾਉਣੀ ਹੈ ਤਾਂ ਤੈਨੂੰ ਆਪਣੀ ਮਾਂ ਦੀ ਖੋਪੜੀ ਦਾ ਖੂਨ ਪੀਣਾ ਪਵੇਗਾ ਤੇ ਫਿਰ ਤੈਨੂੰ ਆਪਣੀ ਔਲਾਦ ਦਾ ਸੁੱਖ ਮਿਲੇਗਾ। ਪਹਿਲਾਂ ਤਾਂ ਅਨਿਲ ਸੋਚਾਂ ਦੇ ਵਿੱਚ ਪੈ ਗਿਆ ਕਿ ਆਪਣੀ ਮਾਂ ਦੇ ਨਾਲ ਮੈਂ ਇਹ ਕਿਵੇਂ ਕਰ ਸਕਦਾ ਹਾਂ। ਤਾਂਤਰਿਕ ਦੀ ਗੱਲ ਸੁਣ ਕੇ ਉਹ ਵਾਪਿਸ ਆ ਗਏ ਤੇ ਆ ਕੇ ਉਸ ਦੇ ਸਾਲੇ ਨੇ ਕੁਲਵੰਤ ਕੌਰ ਨੂੰ ਅਨਿਲ ਦੀ ਪਤਨੀ ਨੂੰ ਸਾਰੀ ਗੱਲ ਦੱਸੀ। ਔਲਾਦ ਦਾ ਮੋਹ ਇੱਕ ਐਸਾ ਮੋਹ ਹੈ ਜੋ ਬੰਦੇ ਤੋਂ ਹਰ ਇੱਕ ਕੰਮ ਕਰਵਾ ਸਕਦਾ ਹੈ ਤੇ ਚਾਹੇ ਉਹ ਜਿੰਨਾ ਮਰਜ਼ੀ ਮਾੜਾ ਹੋਵੇ, ਚਾਹੇ ਜਿੰਨਾ ਮਰਜ਼ੀ ਚੰਗਾ।
ਫਿਰ ਉਸ ਦੀ ਪਤਨੀ ਨੇ ਉਸ ਦੇ ਸਾਲੇ ਤੇ ਅਨਿਲ ਦੇ ਉੱਤੇ ਬਹੁਤ ਜ਼ੋਰ ਪਾਇਆ। ਅਨਿਲ ਨਹੀਂ ਮੰਨ ਰਿਹਾ ਸੀ, ਪਰ ਜਦੋਂ ਉਹਨਾਂ ਦੋਨਾਂ ਨੇ ਉਸ ਉੱਤੇ ਬਹੁਤ ਜ਼ੋਰ ਪਾਇਆ ਤਾਂ ਅਨਿਲ ਇਸ ਕੰਮ ਵਾਸਤੇ ਮੰਨ ਗਿਆ ਅਤੇ ਉਹਨਾਂ ਤਿੰਨਾਂ ਨੇ ਇਸ ਕੰਮ ਨੂੰ ਅੰਜਾਮ ਦੇਣ ਵਾਸਤੇ ਇੱਕ ਸਕੀਮ ਬਣਾਈ। ਸੋ ਇੱਕ ਰਾਤ ਅਨਿਲ ਤੇ ਉਸ ਦਾ ਸਾਲਾ ਇੱਕ ਮਾੜੇ ਕੰਮ ਨੂੰ ਅੰਜਾਮ ਦੇਣ ਵਾਸਤੇ ਤਿਆਰੀ ਹੋ ਰਹੇ ਸੀ। ਉਸ ਤਾਂਤਰਿਕ ਤੇ ਕਹੇ ਮੁਤਾਬਿਕ ਰਾਤ ਦੇ ਸਮੇਂ ਅਨਿਲ ਨੇ ਆਪਣੀ ਮਾਂ ਨੂੰ ਉਠਾਇਆ ਅਤੇ ਬਾਹਰ ਲੈ ਕੇ ਆਇਆ ਅਤੇ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਉਸ ਦੇ ਸਿਰ ਤੇ ਉੱਤੇ ਵਾਰ ਕਰ ਦਿੱਤੇ। ਇੱਕਦਮ ਹੋਇਆ ਵਾਰ ਤੋਂ ਉਸ ਦੀ ਮਾਂ ਨੂੰ ਕੁਝ ਸਮਝ ਨਹੀਂ ਲੱਗਿਆ ਅਤੇ ਉਸ ਦੀ ਮਾਂ ਦੇ ਮੂੰਹੋਂ ਦੇ ਵਿੱਚ ਇਹ ਗੱਲ ਨਿਕਲੀ ਕਿ ਅਨਿਲ ਮੈਨੂੰ ਨਾ ਮਾਰੀ। ਐਨੀ ਗੱਲ ਸੁਣ ਕੇ ਆਪਣੀ ਮਾਂ ਦਾ ਖੂਨ ਦੇਖ ਕੇ ਅਨਿਲ ਤਾਂ ਪਿੱਛੇ ਹਟ ਗਿਆ। ਅਨਿਲ ਨੂੰ ਕਮਜ਼ੋਰ ਪੈਂਦਾ ਦੇਖ ਉਸ ਦਾ ਸਾਲਾ ਉਸ ਦੇ ਉੱਤੇ ਭੜਕਿਆ ਤੇ ਕਿਹਾ, ਦੇਖ ਹੀ ਰਿਹਾ ਹੈ ਤੈਨੂੰ ਔਲਾਦ ਨਹੀਂ ਚਾਹੀਦੀ। ਐਨੀ ਗੱਲ ਸੁਣ ਕੇ ਅਨਿਲ ਨੇ ਵਾਰ ਕਰ ਕਰਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਤਾਂਤਰਿਕ ਦੇ ਕਹਿਣ ਮੁਤਾਬਿਕ ਉਸ ਦੇ ਸਿਰ ਦਾ ਖੂਨ ਪੀਤਾ। ਅਸੀਂ ਅਕਸਰ ਟੀਵੀ ਦੇ ਵਿੱਚ ਹੀ ਦੇਖਦੇ ਹਾਂ ਕਿ ਲੋਕ ਔਲਾਦ ਪਾਉਣ ਵਾਸਤੇ ਕੀ ਕੁਝ ਕਰਦੇ ਨੇ, ਬਲੀ ਤੱਕ ਵੀ ਦੇ ਦਿੰਦੇ ਨੇ। ਅਨਿਲ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ। ਆਪਣੀ ਔਲਾਦ ਪਾਉਣ ਵਾਸਤੇ ਇੱਕ ਔਲਾਦ ਨੇ ਆਪਣੀ ਹੀ ਮਾਂ ਦੀ ਬਲੀ ਚਾੜ ਦਿੱਤੀ। ਸੋ ਉਸੇ ਰਾਤ ਅਨਿਲ ਦਾ ਭਰਾ ਜੋ ਕਿ ਪੁਲਿਸ ਦੇ ਵਿੱਚ ਸੀ, ਉਸ ਨੂੰ ਇੱਕ ਸੁਪਨਾ ਆਇਆ ਅਤੇ ਸੁਪਨੇ ਦੇ ਵਿੱਚ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਅਨਿਲ ਨੇ ਮੈਨੂੰ ਮਾਰ ਦਿੱਤਾ। ਇਹ ਸੁਪਨਾ ਦੇਖ ਕੇ ਉਹ ਬਹੁਤ ਹੀ ਡਰ ਗਿਆ ਅਤੇ ਅਗਲੇ ਹੀ ਦਿਨ ਸਵੇਰੇ ਘਰੋਂ ਫੋਨ ਆਇਆ ਕਿ ਉਸ ਦੀ ਮਾਂ ਦੀ ਪੌੜੀਆਂ ਦੇ ਵਿੱਚੋਂ ਡਿੱਗਣ ਦੇ ਕਾਰਨ ਸਿਰ ਦੇ ਉੱਤੇ ਸੱਟ ਲੱਗਣ ਦੇ ਕਾਰਨ ਮੌਤ ਹੋ ਗਈ ਅਤੇ ਉਸ ਦੇ ਸੰਸਕਾਰ ਵਾਸਤੇ ਉਸ ਨੂੰ ਘਰ ਬੁਲਾਇਆ ਗਿਆ। ਉਸ ਦਾ ਪੁਲਿਸਿਆ ਭਰਾ ਬਹੁਤ ਹੀ ਦੁਖੀ ਹੋਇਆ ਤੇ ਛੁੱਟੀ ਲੈ ਕੇ ਵਾਪਿਸ ਘਰ ਲਈ ਨਿਕਲ ਗਿਆ। ਪਰ ਉਸ ਦਾ ਪੁਲਿਸਿਆ ਭਰਾ ਰਾਤੀ ਸੁਪਨੇ ਬਾਰੇ ਸੋਚੀ ਜਾ ਰਿਹਾ ਸੀ। ਘਰ ਗਿਆ ਤਾਂ ਘਰ ਦਾ ਮਾਹੌਲ ਬਹੁਤ ਹੀ ਦੁਖਦਾਇਕ ਸੀ। ਸਾਰੇ ਪਿੰਡ ਤੇ ਰਿਸ਼ਤੇਦਾਰ ਪਹੁੰਚੇ ਹੋਏ ਸਨ। ਉਸ ਦੇ ਪੁਲਿਸਿਆ ਭਰਾ ਨੇ ਪੁੱਛਿਆ ਕਿ ਕਿਸ ਤਰ੍ਹਾਂ ਹੋਇਆ ਤਾਂ ਅਨਿਲ ਨੇ ਕਿਹਾ ਕਿ ਮਾਂ ਰਾਤੀ ਡਿੱਗ ਗਈ ਤੇ ਸਿਰ ਦੇ ਉੱਤੇ ਸੱਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਭਰਾ ਨੂੰ ਯਕੀਨ ਨਹੀਂ ਹੋਇਆ ਤਾਂ ਉਸਨੇ ਰੌਲਾ ਪਾ ਦਿੱਤਾ ਕਿ ਮੇਰੀ ਮਾਂ ਨੂੰ ਮਾਰਿਆ ਗਿਆ ਹੈ ਅਤੇ ਉਸਨੇ ਪੁਲਿਸ ਬੁਲਾ ਲਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਕਿਸ ਨੇ ਉਸ ਦੇ ਸਿਰ ਦੇ ਉੱਤੇ ਬਾਰ-ਬਾਰ ਕੋਈ ਚੀਜ਼ ਮਾਰਨ ਦੇ ਕਾਰਨ ਉਸ ਦੀ ਮੌਤ ਹੋ ਗਈ। ਤੇ ਫਿਰ ਸ਼ੱਕ ਦੇ ਆਧਾਰ ਦੇ ਉੱਤੇ ਅਨਿਲ ਤੇ ਉਸ ਦੇ ਸਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਖਤੀ ਨਾਲ ਪੁੱਛਗਿੱਛ ਤੋਂ ਬਾਅਦ ਉਹਨਾਂ ਦੋਨਾਂ ਨੇ ਸੱਚਾਈ ਕਬੂਲ ਕੀਤੀ ਕਿ ਤਾਂਤਰਿਕ ਦੇ ਕਹਿਣ ਦੇ ਉਹਨਾਂ ਨੇ ਇਹ ਸਭ ਕੁਝ ਕੀਤਾ। ਕੇਸ ਚੱਲਿਆ, ਅਨਿਲ ਨੂੰ ਸਜ਼ਾ ਹੋਈ, ਪਰ ਫਿਰ ਭੈਣਾਂ ਨੇ ਸੋਚਿਆ ਕਿ ਭਰਾ ਦਾ ਘਰ ਉਜੜ ਜਾਵੇਗਾ ਤੇ ਇਸ ਕਰਕੇ ਉਸ ਦੀਆਂ ਭੈਣਾਂ ਨੇ ਸਜ਼ਾ ਮਾਫੀ ਦੀ ਅਰਜ਼ੀ ਵੀ ਪਾਈ ਤੇ ਅਨਿਲ ਨੂੰ 3 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆਇਆ ਗਿਆ। ਕੁਝ ਸਮੇਂ ਬਾਅਦ ਅਨਿਲ ਦੇ ਘਰ ਇੱਕ ਲੜਕੇ ਨੇ ਜਨਮ ਲਿਆ। ਹੁਣ ਆਪਾਂ ਇੱਥੇ ਇਹ ਨਹੀਂ ਕਹਿੰਦੇ ਕਿ ਤਾਂਤਰਿਕ ਦੇ ਕਹਿਣ ਦੇ ਮੁਤਾਬਿਕ ਇਹ ਔਲਾਦ ਹੋਈ ਹੈ, ਪਰ ਇਸ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਕੋਈ ਰਜ਼ਾ ਸੀ। ਸੋ ਹੌਲੀ ਹੌਲੀ ਜ਼ਿੰਦਗੀ ਚੱਲਣ ਲੱਗੀ ਤੇ ਅਨਿਲ ਨੇ ਹਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਮੁੰਡਾ 14 ਸਾਲ ਦਾ ਹੋਇਆ ਤੇ ਇੱਕ ਦਿਨ ਪਹਿਲਾਂ ਕਿਸੇ ਦੇ ਘਰ ਵਿਆਹ ਦਾ ਕੰਮ ਕਰਨ ਜਾ ਰਿਹਾ ਸੀ। ਮੁੰਡੇ ਨੇ ਜਿੱਦ ਫੜ ਲਈ ਕਿ ਮੈਂ ਵੀ ਆਪਣੇ ਪਿਓ ਦੇ ਨਾਲ ਜਾਣਾ ਹੈ। ਆਪਣੇ ਮੁੰਡੇ ਦੀ ਜਿੱਦ ਦੇਖ ਕੇ ਅਨਿਲ ਉਸ ਨੂੰ ਆਪਣੇ ਨਾਲ ਹੀ ਲੈ ਗਿਆ। ਅਨਿਲ ਕੋਈ ਚੀਜ਼ ਬਣਾਉਣ ਵਾਸਤੇ ਤੇਲ ਗਰਮ ਕਰ ਰਿਹਾ ਸੀ ਤੇ ਉਸ ਦਾ ਲੜਕਾ ਉੱਥੇ ਕੋਲ ਹੀ ਖੇਡ ਰਿਹਾ ਸੀ। ਖੇਡਦਾ ਖੇਡਦਾ ਉਸ ਦੇ ਲੜਕੇ ਨੂੰ ਧੱਕਾ ਲੱਗਿਆ, ਜਿਸ ਦੇ ਨਾਲ ਉਹ ਤੇਲ ਦੀ ਕੜਾਹੀ ਦੇ ਵਿੱਚ ਹੀ ਡਿੱਗ ਪਿਆ ਤੇ ਬੁਰੀ ਤਰ੍ਹਾਂ ਸੜ ਗਿਆ। ਉਸ ਨੂੰ ਜਲਦੀ ਦੇ ਨਾਲ ਹਸਪਤਾਲ ਲੈ ਜਾਇਆ ਗਿਆ, ਪਰ ਰਾਸਤੇ ਦੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਇੱਥੇ 14 ਸਾਲ ਔਲਾਦ ਦਾ ਸੁੱਖ ਪਾਉਣ ਤੋਂ ਬਾਅਦ ਅਨਿਲ ਬੇਔਲਾਦ ਹੋ ਗਿਆ। ਨਰਕ ਸਵਰਗ ਇੱਥੇ ਧਰਤੀ ਦੇ ਉੱਤੇ ਹੀ ਨੇ। ਅੱਜ ਵੀ ਹਲਵਾਈ ਦਾ ਕੰਮ ਕਰਦਾ ਹੈ, ਪਰ ਬੇਔਲਾਦ ਅਨਿਲ ਆਪਣੀ ਮਾਂ ਤੋਂ ਵੀ
ਗਿਆ ਤੇ ਆਪਣੀ ਔਲਾਦ ਤੋਂ ਵੀ। ਦਰਗਾਹ ਦੇ ਵਿੱਚ ਨਾ ਤਾਂ ਉਸ ਪਰਮਾਤਮਾ ਨੇ ਮਾਫੀ ਦੇਣੀ ਹੈ ਤੇ ਨਾ ਉਸ ਦੀ ਮਾਂ ਨੇ ਤੇ ਨਾ ਹੀ ਉਸ ਦੀ ਔਲਾਦ ਨੇ। ਸੋ ਔਲਾਦ ਪਰਮਾਤਮਾ ਦੀ ਦੇਣ ਹੈ, ਉਸ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਚਾਹੇ ਮਨੁੱਖ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਉਸ ਪਰਮਾਤਮਾ ਦੀ ਨਜ਼ਰ ਤੋਂ ਬਿਨਾਂ ਕੁਝ ਨਹੀਂ ਮਿਲਦਾ। ਤੇ ਇਹ ਗੱਲ ਇੱਕ ਸੱਚਾਈ ਹੈ ਤੇ ਇਹ ਸੱਚਾਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨੀ ਹੀ ਚਾਹੀਦੀ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।